ਹਾਸ਼ੀਆਗਤ ਆਧਾਰ ਦਾ ਕਨਸੈਪਟ ਹੈ ਕੀ, ਮਾੜਾ ਜਿਹਾ ਉਹਦੇ ਬਾਰੇ ਗੱਲ ਕਰ ਲਈਏ। ਜਿਹੜੀ ਜਨ ਪੀੜਤ ਦਾ ਇਸ਼ੂ ਆ, ਮਨੁੱਖ ਦੁਆਰਾ ਕੀਤੀ ਜਿਹੜਾ ਗੁਲਾਮੀ ਦਾ ਇਸ਼ੂ ਆ, ਉਹ ਜਿਵੇਂ ਕਿ ਸਰਦਾਰ ਜਗਜੀਤ ਸਿੰਘ ਲਿਖਦੇ ਨੇ ਸਿੱਖ ਇਨਕਲਾਬ ਵਿੱਚ ਕਿ ਭਾਰਤ ਤੋਂ ਬਿਨਾਂ ਬਾਕੀ ਦੁਨੀਆ 'ਚ ਉਸ ਤਰ੍ਹਾਂ ਨਹੀਂ ਹੋਂਦ ਵਿੱਚ ਆਇਆ ਜਿਵੇਂ ਇੱਥੇ ਪੀੜ੍ਹੀ ਦਰ ਪੀੜ੍ਹੀ, ਮਤਲਬ ਕਿ ਜਨਮ ਦਰ ਜਨਮ ਜਾਤੀ ਸਿਸਟਮ ਨੇ ਮਨੁੱਖ ਜਾਤੀ ਨੂੰ ਪੀੜਤ ਰੱਖਿਆ। ਉਹਦੇ ਵਿੱਚੋਂ ਇੱਕ ਮਤਲਬ ਕਿ ਜਿਹੜਾ ਐਕਡੈਮਿਕਸ ਦੇ ਵਿੱਚ ਮਸਲਾ ਆ ਉਹਨੂੰ ਅਸੀਂ ਸਬਾਲਟਰਨ ਸਟੱਡੀ ਕਹਿੰਦੇ ਹਾਂ। ਅਤੇ ਇਹਦੇ ਵਿੱਚ ਇਸ ਆਵਾਜ਼ ਬੁਲੰਦ ਕਰਨ ਵਿੱਚ ਐਕਡੈਮਿਕਸ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਮਰਾਠੀ ਸਕੋਲਰਸ ਦਾ ਹੈ। ਦੂਜੇ ਨੰਬਰ 'ਤੇ ਬੰਗਾਲੀ ਨੇ, ਪਹਿਲੇ ਨੰਬਰ 'ਤੇ ਮਰਾਠੀ ਨੇ ਅਧਿਐਨ ਦੀ ਦੁਨੀਆ ਵਿੱਚ। ਅਤੇ ਇਹ ਆਈਡੀਆਜ਼ ਵਜੋਂ ਜਿੰਨੀ ਕੁ ਮੈਂ ਊੜਾ ਸਮਝ ਸਕਿਆ ਇਸ ਵਿਸ਼ੇ ਨੂੰ, ਉਹ ਮਰਾਠੀ ਸਕੋਲਰਸ ਦੀ ਵੀ ਸਟੱਡੀ ਆ। ਉਹਦੇ ਵਿੱਚੋਂ 6-7 ਬੰਦੇ ਨੇ, ਉਹਨਾਂ ਦੇ ਵਿੱਚੋਂ ਸ਼ਰਨ ਕੁਮਾਰ ਲਿੰਬਾਲੇ, ਇਹ ਸਾਰੇ ਏਸ਼ੀਆ ਲੈਵਲ ਦੇ ਸਕੋਲਰ ਨੇ ਇਸ ਫੀਲਡ ਦੇ। ਸ਼ਰਨ ਕੁਮਾਰ ਲਿੰਬਾਲੇ ਆ, ਓਮ ਪ੍ਰਕਾਸ਼ ਵਾਲਮੀਕੀ ਹੈ, ਮੈਡਮ ਰੇਣੂਕਾ ਗੁਪਤਾ ਹੈ। ਇਹ ਤੋਂ ਬਿਨਾਂ ਹੋਰ ਨੇ, ਸਾਰੇ ਦੇ ਸਾਰੇ ਡਾਕਟਰ ਅੰਬੇਦਕਰ ਤੋਂ ਆਈਡੀਆਜ਼ ਲੈ ਕੇ, ਬੁੱਧ ਧਰਮ ਤੋਂ ਆਈਡੀਆਜ਼ ਲੈ ਕੇ, ਇਹਨਾਂ 'ਚੋਂ 2-3 ਉਹ ਨੇ ਜਿਹੜੇ ਸਿੱਖੀ ਤੋਂ ਇਨਸਪਾਇਰ ਹੋ ਕੇ ਵੀ ਇਸ ਵਿਸ਼ੇ 'ਤੇ ਕੰਮ ਕਰਦੇ ਨੇ। ਅਤੇ ਇਸ ਖੇਤਰ ਵਿੱਚ ਕਾਫੀ ਸਾਰੇ ਨਾਵਲ, ਨਾਟਕ, ਕਹਾਣੀਆਂ ਮੈਨੂੰ ਪੜ੍ਹਨ ਦਾ ਵਕਤ ਮਿਲਿਆ, ਖਾਸ ਕਰਕੇ ਮਰਾਠੀ ਅਤੇ ਬੰਗਾਲੀ ਦੇ। ਉਹਨਾਂ ਦੇ ਵਿੱਚੋਂ 2 ਕਿਤਾਬਾਂ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੂੰ ਜਿਨ੍ਹਾਂ ਦੇ ਪੰਜਾਬੀ ਅਨੁਵਾਦ ਵੀ ਵਿਦਿਆਰਥੀ ਸਾਥੀ ਪੜ੍ਹ ਸਕਦੇ ਨੇ। ਡਾਕਟਰ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਪੰਜਾਬੀ ਅਨੁਵਾਦ ਕੀਤਾ। ਜੇ ਤੁਸੀਂ ਪੰਜਾਬੀ 'ਚ ਪੜ੍ਹਨਾ ਚਾਹੋਗੇ, ਮੂਲ ਉਹ ਮਰਾਠੀ 'ਚ ਲਿਖੀਆਂ ਗਈਆਂ ਨੇ, ਉਹਦਾ ਹਿੰਦੀ ਅਨੁਵਾਦ ਵੀ ਹੈ ਅਤੇ ਪੰਜਾਬੀ ਅਨੁਵਾਦ ਵੀ ਹੈ। ਮੈਂ ਜਿਹੜੀ ਪੜ੍ਹੀ ਹੈ, ਮੈਂ ਹਿੰਦੀ ਅਨੁਵਾਦ ਪੜ੍ਹੀ ਹੈ। ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੰਜਾਬੀ ਅਨੁਵਾਦ ਹੈ। ਜੇ ਪਤਾ ਹੁੰਦਾ ਮੈਂ ਪਹਿਲਾਂ ਪੰਜਾਬੀ ਵੀ ਪੜ੍ਹਦਾ। ਉਹ ਸ਼ਰਨ ਕੁਮਾਰ ਲਿੰਬਾਲੇ ਅਤੇ ਓਮ ਪ੍ਰਕਾਸ਼ ਵਾਲਮੀਕੀ ਦੋਨਾਂ ਦੀ ਕਿਤਾਬ ਅੱਡ ਅੱਡ ਹੈ, ਦੋਨਾਂ ਦੀ ਨਾਂ ਇੱਕੋ ਜਿਹਾ ਲਗਭਗ। ਉਹ ਹੈਗਾ ਦਲਿਤ ਸਾਹਿਤਿਆ ਕਾ ਸੌਂਦਰਿਆ ਸ਼ਾਸਤਰ, ਮਤਲਬ ਦਲਿਤ ਸਾਹਿਤ ਦਾ ਜਿਹੜਾ ਹੈਗਾ ਸੁਹਜ ਸ਼ਾਸਤਰ, ਹੈ ਨਾ। ਇਹ ਉਹਨਾਂ ਕਿਤਾਬਾਂ ਨੂੰ ਪੜ੍ਹਨ ਤੋਂ ਬਾਅਦ ਮੈਂ ਇਹ ਆਰਟੀਕਲ ਤਿਆਰ ਕੀਤਾ ਕਿ ਸਾਡਾ ਜਿਹੜਾ ਸੋਰਸ ਹੈ, ਗੁਰਮੁਖੀ ਸਰੋਤ ਖਾਸ ਕਰਕੇ, ਉਹ ਕਿਹੋ ਜਿਹਾ ਸੌਂਦਰਿਆ ਸ਼ਾਸਤਰ ਸਿਰਜਣ ਦੀ ਆਧਾਰ ਪੇਸ਼ ਕਰਦਾ ਜਿਹੜਾ ਖਾਲਸਾ ਪੰਥ ਦਾ ਜਾਤ ਦੇ ਹਵਾਲੇ ਵਿੱਚ। ਉਹਦੇ 4-5 ਮੁੱਖ ਲੱਛਣ ਨੇ। ਪਹਿਲਾਂ ਮੈਂ ਉਹਦੇ ਬਾਰੇ ਦੱਸਾਂ। ਜਿਹੜਾ ਭਾਰਤ ਵਿੱਚ ਇੱਕ ਡਾਇਲੋਗ ਕਿਸਮ ਦਾ ਇੱਕ ਵੱਡੀ ਡਿਬੇਟ ਵਿੱਚ ਆਇਆ ਵਾ, ਤਾਂ ਉਹਨਾਂ ਲੋਕਾਂ ਨੇ, ਮਤਲਬ ਦਲਿਤ ਸਟੱਡੀਜ਼ ਵਾਲਿਆਂ ਨੇ ਪੂਰੇ ਦਾ ਪੂਰਾ ਇੱਕ ਆਪਣਾ ਸਿਸਟਮ ਡਿਵੈਲਪ ਕੀਤਾ। ਬਹੁਤ ਵੱਡੀ ਹਿਸਟਰੀ ਆ ਉਹਦੇ ਪਿੱਛੇ ਨਾ। ਮੈਂ ਇਹਦੇ ਬਾਰੇ ਕੋਈ ਬਹੁਤੀਆਂ ਨਹੀਂ, 50-60 ਕਿਤਾਬਾਂ ਪੜ੍ਹੀਆਂ ਹੋਣਗੀਆਂ, ਪਰ ਉਹਨਾਂ 'ਚੋਂ ਮੈਂ 2 ਕਿਤਾਬਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਹਰ ਕੋਈ ਪੜ੍ਹੇ। ਉਹ 6-7 ਪੁਆਇੰਟ ਬਣੇ ਜਿੰਨਾ ਕੁ ਮੈਨੂੰ ਸਮਝ ਆਈ। ਪਹਿਲਾ ਪੁਆਇੰਟ ਇਹ ਆ ਕਿ ਭਾਰਤ ਵਿੱਚ ਦਲਿਤ ਪਰਿਪੇਖ ਦੇ ਹਵਾਲੇ ਰਾਹੀਂ ਜਿਹੜੀ ਬ੍ਰਹਮਣੀ ਵਰਨ ਵਿਵਸਥਾ ਹੈ, ਉਹਦੇ ਹੱਥੋਂ ਜਿਹੜੀ ਸਦੀਆਂ ਤੋਂ ਪੀੜਤ ਵਰਗ ਹੈ ਅਤੇ ਜ਼ਿੰਦਗੀ ਦੀ ਹਰੇਕ ਕੀਮਤ ਤੋਂ ਉਹਨੂੰ ਮਨਫੀ ਕੀਤਾ ਹੋਇਆ, ਇਹਦਾ ਕੇਂਦਰ ਹੈ ਇਸ ਸਾਹਿਤ ਦਾ। ਦੂਜਾ ਹੈਗਾ ਇਹ ਪੂੰਜੀ ਦਾ ਜਮਾਤੀ ਨਾਲੋਂ ਜਾਤੀ ਚਿਹਰਾ ਪਛਾਣਦਾ ਹੈ। ਜਿਹੜੀ ਭਾਰਤ ਵਿੱਚ ਡਾਇਲੋਗ ਕਮਿਊਨਿਸਟਾਂ ਨੇ ਸਿਰਜਿਆ ਸੀ, ਉਹ ਜਮਾਤ ਦਾ ਸੀਗਾ, ਕਲਾਸ ਵਰਗ ਦਾ ਹੈ। ਇਹਨਾਂ ਨੇ ਕਲਾਸ ਨੂੰ ਸੈਕਿੰਡ 'ਤੇ ਰੱਖਿਆ, ਪਹਿਲੇ ਨੂੰ ਜਾਤ ਰੱਖਿਆ। ਮਤਲਬ ਜਮਾਤ ਨਾਲੋਂ ਜਾਤ ਦਾ ਜਿਹੜਾ ਕਨਸੈਪਟ ਹੈ, ਚਿਹਰਾ, ਉਹ ਪਛਾਣਨ ਵਾਲਾ ਰੁਚਿਤ ਹੈ। ਇਤਿਹਾਸ ਇਹਨਾਂ ਦਾ ਅਤੇ ਜਿਹਨੂੰ ਕਹਿੰਦੇ ਆਪਣਾ ਜੀਵਨੀ ਸਾਹਿਤ, ਇਹਨਾਂ ਨੇ ਕੇਂਦਰ ਬਣਾਇਆ। ਹਿਸਟਰੀ ਵਿੱਚ ਇਤਿਹਾਸ ਦੀ ਉਹ ਧਾਰਾ ਦਾ ਇਹ ਵਿਰੋਧ ਕਰਦਾ, ਉਹ ਚਾਹੇ ਸਮਾਜਿਕ ਹੋਵੇ, ਆਰਥਿਕ ਹੋਵੇ, ਜਿਹਨੇ ਵੀ ਵਿਸੰਗਤੀਆਂ ਪੈਦਾ ਕੀਤੀਆਂ ਨੇ, ਖਾਸ ਕਰਕੇ ਸਮਾਜਿਕ, ਸੋਸ਼ਲ ਮਨੁੱਖ ਦੀ ਜਿਹੜੀ ਲਾਈਫ ਆ। ਮਤਲਬ ਸਿੱਧੇ ਸ਼ਬਦਾਂ 'ਚ ਜੇ ਮੈਂ ਬੜੇ ਕਹਿਣਾ ਹੋਵੇ, ਉਹ ਡਾਕਟਰ ਲਿੰਬਾਲੇ ਲਿਖਦੇ ਨੇ ਕਿ ਇੱਥੇ ਅੰਗਰੇਜ਼ਾਂ ਨੇ ਸ਼ੇਕਸਪੀਅਰ ਪੜ੍ਹਾਇਆ, ਮਿਲਟਨ ਪੜ੍ਹਾਇਆ, ਕੀਟਸ ਪੜ੍ਹਾਇਆ, ਸਾਡੇ ਤਾਂ ਦੁੱਖਾਂ ਸੁੱਖਾਂ ਦੀ ਉਹ ਗੱਲ ਨਹੀਂ ਕਰਦੇ, ਸਾਡੇ ਤਾਂ ਕਿਸੇ ਕੰਮ ਨਹੀਂ। 47 ਬਾਅਦ ਇੱਥੇ ਕਾਲੀਦਾਸ ਅਤੇ ਤੁਲਸੀਦਾਸ ਪੜ੍ਹਾਏ,
ਉਹ ਵੀ ਸਾਡੇ ਕਿਸੇ ਕੰਮ ਨਹੀਂ, ਉਹ ਵੀ ਸਾਡੇ ਦੁੱਖਾਂ ਸੁੱਖਾਂ ਦੀ ਨਹੀਂ ਗੱਲ ਕਰਦੇ। ਇਸ ਕਰਕੇ ਸਾਨੂੰ ਇਹਨਾਂ ਦੀ ਕਿਸੇ ਦੀ ਲੋੜ ਨਹੀਂ, ਅਸੀਂ ਆਪਣੇ ਬਣਾਵਾਂਗੇ। ਜਾਤ ਜਮਾਤ ਨਸਲ ਲਿੰਗ ਅਹੁਦਾ, ਇਹਦੇ ਵਿੱਚ ਲੋਕਾਂ ਦਾ ਸੰਦਰਭ ਕਿੰਨਾ ਹੈ, ਗਰੀਬ ਦਾ ਸੰਦਰਭ ਕਿੰਨਾ ਹੈ, ਇਹਦੀ ਹਿਸਟਰੀ ਆ ਇਹ, ਇਹਦੀ ਸਟੱਡੀ ਆ ਇਹ। ਸ਼ੈਲੀ ਪੱਖੋਂ ਮੇਰਾ ਆਪਣਾ ਇੱਕ ਕਮੈਂਟ ਆ, ਇਹ ਪ੍ਰਪੇਖ ਇੰਨਾ ਤਿੱਖਾ ਇੰਨਾ ਬੇਗਮਈ ਆ ਕਿ ਇੱਕੇ ਸਮੇਂ ਆਰ-ਪਾਰ ਦੀ ਲੜਾਈ ਲੜਨਾ ਚਾਹੁੰਦਾ ਹੈ। ਮਤਲਬ ਤੁਸੀਂ ਕਦੇ ਪੜ੍ਹ ਕੇ ਦੇਖੋਗੇ, ਜੇ ਤੁਸੀਂ ਉਹ ਕਹੋਗੇ, ਇਹ ਮੈਂ ਦੋ ਜਿਨ੍ਹਾਂ ਸਕਾਲਰ ਦਾ ਨਾਂ ਲਿਆ ਹੈ, ਡਾਕਟਰ ਲਿੰਬਾਲੇ ਅਤੇ ਓਮ ਪ੍ਰਕਾਸ਼ ਬਾਲਮੀਕੀ, ਕਿ ਰੇਣੂਕਾ ਗੁਪਤਾ ਜਿਹੜੀ ਹੈ, ਰੇਣੂਕਾ ਫਾਊਂਡੇਸ਼ਨ ਬਣੀ ਵੀ ਹੈ ਮੱਧ ਪ੍ਰਦੇਸ਼ 'ਚ, ਉਹਨਾਂ ਨੇ ਕਈ ਹਜ਼ਾਰ ਕਿਤਾਬ ਛਾਪੀ ਹੈ ਇਸ ਵਿਸ਼ੇ 'ਤੇ। ਉਹ ਮਤਲਬ ਬਿਲਕੁਲ ਐ ਲਕੀਰ ਮਾਰਦੇ ਆ, ਪਹਿਲਾਂ ਐ ਸਿੱਧੀ ਇੱਕ ਪਾਸਾ, ਵਿਚਾਲਣੀਆਂ ਜਿਹੀਆਂ ਗੱਲਾਂ ਨਹੀਂ ਕਰਦੇ। ਮਤਲਬ ਆਪਣਾ ਤਾਂ ਹਿਸਾਬ ਕਿਤਾਬ ਹੁੰਦਾ ਨਾ ਵੀ ਜੇ ਇੱਥੇ ਦੋ ਬੋਧੀ ਵਿਦਵਾਨ ਬੈਠੇ ਆ, ਇਹਨਾਂ ਦੇ ਵਿਰੁੱਧ ਨਾ ਬੋਲਿਆ ਜਾਵੇ, ਇੱਥੇ ਦੋ ਸਿੱਖ ਬੈਠੇ ਨੇ, ਉਹਨਾਂ ਦੇ ਵਿਰੁੱਧ ਨਾ ਬੋਲਿਆ ਜਾਵੇ, ਜੇ ਕੋਈ ਮਤਲਬ ਕਿ ਵਾਈਸ ਚਾਂਸਲਰ ਆ ਗਏ, ਉਹ ਕਿਸ ਵਿਚਾਰਧਾਰਾ ਦੇ ਨੇ, ਮੈਂ ਉਵੇਂ ਨਾ ਬੋਲਾਂ। ਮਤਲਬ ਇਹ ਇਸ ਤਰ੍ਹਾਂ ਨਹੀਂ ਕਰਦੇ, ਚਾਹੇ ਵੱਡੇ ਤੋਂ ਵੱਡਾ ਰਾਜਨੀਤਿਕ ਬੰਦਾ ਬੈਠਾ, ਉਹ ਲਕੀਰ ਖਿੱਚਦੇ ਨੇ ਵੀ ਸਾਡੇ ਅਸੀਂ ਇਹਦੇ ਨਾਲ ਆ, ਸਾਡਾ ਇਸ਼ੂ ਆਹ, ਮੇਰਾ ਪ੍ਰਪੇਖ ਆਹ। ਇਸ ਤਰ੍ਹਾਂ ਦੀ ਇਹਦੀ ਸ਼ੈਲੀ ਹੈ ਇਸ ਸਾਹਿਤ ਦੀ। ਉਸ ਦੀ ਸਟੱਡੀ ਦੇ ਵਿੱਚ ਸਾਡਾ ਸਰੋਤ ਸਾਹਿਤ ਆ ਜਿਹੜਾ ਗੁਰਮੁਖੀ ਸਰੋਤ, ਇੱਦਾਂ ਦਾ ਕਿੱਦਾਂ ਦਾ ਡਾਇਲੋਗ ਸਿਰਜਦਾ। ਮੈਂ ਆਪਣੇ ਪੇਪਰ ਦੇ ਵਿੱਚ ਘੱਟੋ ਘੱਟ 40-45 ਗੁਰਮੁਖੀ ਸਰੋਤਾਂ ਨੂੰ ਆਧਾਰ ਬਣਾਇਆ। ਉਹ ਸਾਰੇ ਤਾਂ ਨਹੀਂ ਮੈਂ ਪੜ੍ਹ ਕੇ ਸੁਣਾ ਸਕਦਾ, ਇੱਥੇ ਸਮੇਂ ਦੇ ਅਨੁਸਾਰ ਤੁਸੀਂ ਪਰਚਾ ਮੈਥੋਂ ਲੈ ਕੇ ਪੜ੍ਹ ਵੀ ਸਕਦੇ ਹੋ। ਅਤੇ ਮੈਂ ਬਸ 2-3 ਗੱਲਾਂ ਕਰਕੇ ਇਹਦੇ ਵਿੱਚ ਹੋਇਆ ਕਿ ਗੁਰੂ ਸਾਹਿਬ ਨੇ ਜਾਂ ਗੁਰਮਤ ਨੇ ਜਿਹੜੀ ਵੰਡ ਕੀਤੀ ਹੈ, ਮਨੁੱਖ ਦੀ ਗੁਣਵਾਚੀ ਵੰਡ ਕੀਤੀ ਹੈ, ਗੁਣਾਂ ਦੇ ਆਧਾਰ 'ਤੇ। ਕੋਈ ਮਾੜਾ ਹੋ ਸਕਦਾ, ਕੋਈ ਚੰਗਾ ਹੋ ਸਕਦਾ, ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਇੱਕ ਭਰਮ ਭੁਰਲੇ ਫਿਰੇ ਦਾਦੇ ਸਿੱਖ ਨਾਮ ਲਾਗ ਸਵਾਰਿਆ। ਕੁਝ ਉਹ ਨੇ ਜਿਹੜੇ ਭਰਮ ਭੁਰਲੇ ਨੇ, ਉੱਥੇ ਨਾਂ ਨਹੀਂ ਲਿਆ ਵੀ ਕਿਹੜੇ ਕਿਹੜੇ ਭਰਮ 'ਚ ਨੇ, ਕੋਈ ਵੀ ਹੋ ਸਕਦੇ ਨੇ, ਕਿਸੇ ਵੀ ਭੇਖ 'ਚ ਹੋ ਸਕਦੇ ਨੇ, ਕਿਸੇ ਵੀ ਰਿਲੀਜਨ ਦੇ ਹੋ ਸਕਦੇ ਨੇ, ਕਿਸੇ ਵੀ ਦੇਸ਼ ਦੇ ਹੋ ਸਕਦੇ ਨੇ। ਕੁਝ ਭਰਮ 'ਚ ਨੇ, ਕੁਝ ਨਾਮ ਲਾ ਕੇ ਸਵਾਰ ਗਏ, ਤਾਂ ਮਤਲਬ ਗੁਣਵਾਚੀ ਬਣਨਾ। ਭਾਈ ਗੁਰਦਾਸ ਜੀ ਨੇ ਇੱਕ ਲਫ਼ਜ਼ ਲਿਖਿਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਜਾਣੀ ਭਾਈ ਸਾਹਿਬ ਕਹਿੰਦੇ ਨੇ ਵੀ ਗੁਰੂ ਸਾਹਿਬ ਨੇ 3 ਕੰਮ ਵੱਡੇ ਕੀਤੇ। ਇੱਕ ਤਾਂ ਇਹ ਵੀ ਜਿਹੜਾ ਟੁਕੜਿਆਂ ਵਿੱਚ ਵੰਡੀ ਪਰਮ ਸਤਹ, ਹਜ਼ਾਰਾਂ ਦੇਵਤਿਆਂ, ਹਜ਼ਾਰਾਂ ਮਿੱਥਾਂ, ਹਜ਼ਾਰਾਂ ਕਲਚਰਾਂ ਦੇ ਵਿੱਚ ਵੰਡੀ ਮਿੱਥ ਹੈ। ਪੂਰਨ ਬ੍ਰਹਮ ਆ ਜਿਹੜਾ, ਉਹ ਕਲਯੁਗ ਅੰਦਰ ਹੈ ਨਾ, ਇਸ ਸਮੇਂ ਦੇ ਵਿੱਚ ਇੱਕ ਕੀਤਾ। ਰੱਬ ਤੇ ਫਕੀਰ ਇੱਕੋ। ਇੱਕ ਦੂਜਾ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ। ਦੂਜਾ ਇਸ ਪਰਮ ਸਤਾ ਦੀ ਮਿੱਥ ਉੱਤੇ, ਆਪਾਂ ਮਿੱਥ ਜਾਣਦੇ ਹਾਂ ਨਾ, ਰਿਗਵੇਦ ਦੇ 10ਵੇਂ ਉਸ ਦੇ ਸੂਤਕ ਦੇ ਵਿੱਚ ਆ ਹੋ ਕੇ ਬ੍ਰਹਮਾ ਤੋਂ ਐਂ ਪੈਦਾ ਹੋਇਆ, ਉਹਦਾ ਮੂੰਹ ਐਂ ਪੈਦਾ ਹੋਇਆ, ਇੱਦਾਂ। ਇਸ ਮਿੱਥ 'ਤੇ ਜਿਹੜੀ ਵਰਗਵੰਡ ਕੀਤੀ ਗਈ ਆ ਮਨੁੱਖ ਜਾਤੀ ਦੀ, ਉਸ ਨੂੰ ਮਤਲਬ ਕਿ ਇਸ ਤਰ੍ਹਾਂ ਦੀ ਹੋਰ ਜਿੰਨੀਆਂ ਵੀ ਵੰਡਾਂ ਹੋਈਆਂ ਉਹਨਾਂ ਨੂੰ ਕੱਟ ਕੇ ਇੱਕ ਵਰਨ ਕੀਤਾ। ਫੇਰ ਕੀ ਕੀਤਾ, ਇਸ ਨੂੰ ਸਥਾਈ ਰੂਪ ਦੇਣ ਲਈ ਨਾਨਕ ਨਿਰਮਲ ਪੰਥ ਚਲਾਇਆ। ਜਾਣੀ ਭਾਈ ਗੁਰਦਾਸ ਜੀ ਦੀ ਨਜ਼ਰ ਵਿੱਚ 3 ਕੰਮ ਕੀਤੇ ਆ ਗੁਰੂ ਸਾਹਿਬ ਨੇ ਵੱਡੇ, ਹੋਰ ਵੀ ਕੀਤੇ। ਇੱਕ ਰੱਬ ਇੱਕ ਕੀਤਾ, ਉਹਦੇ ਆਧਾਰ 'ਤੇ ਮਨੁੱਖ ਜਾਤੀ ਇੱਕ ਕੀਤੀ, ਇਹਨੂੰ ਸਥਾਈ ਰੂਪ ਦੇਣ ਲਈ ਇੰਸਟੀਟਿਊਸ਼ਨਲਾਈਜ਼ ਕੀਤਾ, ਨਿਰਮਲ ਪੰਥ ਚਲਾਇਆ। ਫਿਰ ਇਸ ਨੂੰ ਇਹਨੂੰ ਉਹਨਾਂ ਨੇ ਲਫ਼ਜ਼ ਨਿਰਮਲ ਪੰਥ, ਗੁਰਮੁਖ ਪੰਥ, ਭਾਈ ਸਾਹਿਬ ਹੀ ਲਿਖਦੇ ਨੇ, ਥਾਪਿਆ ਲਹਣਾ ਜੀਵ ਦੇ ਗੁਰਿਆਈ ਸਿਰ ਛਤਰ ਫਿਰਾਇਆ। ਜਾਣੀ ਜਿਹੜੀ ਗੁਰਿਆਈ ਦੀ ਸੰਸਥਾ ਇੰਸਟੀਚਿਊਟ ਇਹ ਕੰਮ ਕਰੀ ਕਿ ਮਨੁੱਖ ਜਾਤੀ ਵਿੱਚ ਰੱਬ ਇੱਕ ਬਣਿਆ ਰਹੇ ਅਤੇ ਮਨੁੱਖ ਇੱਕ ਬਣੇ ਰਹਿਣ, ਇਹਨੂੰ ਕੰਟੀਨਿਊਟੀ ਬਣੀ ਰਹੇ। ਇਸ ਕਰਕੇ ਇੰਸਟੀਚਿਊਸ਼ਨ ਕੀਤਾ ਇਹਨੂੰ, ਹੈ ਨਾ। ਫਿਰ ਅੱਗੇ ਲੰਗਰ, ਪੰਗਤ, ਸੰਗਤ, ਇਸ ਤਰ੍ਹਾਂ ਦੀਆਂ ਇੰਸਟੀਟਿਊਸ਼ਨ ਬਣੀਆਂ ਜਿਹੜੀਆਂ ਬਰਾਬਰਤਾ ਦਾ ਉਹ ਕਰਦੀਆਂ ਨੇ, ਹੈ ਨਾ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਮੈਨੂੰ ਇੱਕ ਵੱਡੇ ਹਿਸਟੋਰੀਅਨ ਹਰਬੰਸ ਮੁਖੀਆ ਦਾ ਸਾਥੀ ਸੀ, ਪੀਟਰਿਕ, ਉਹਦੀ ਗੱਲ ਯਾਦ ਆ ਰਹੀ ਹੈ, ਸ਼ਾਇਦ ਐਗਜ਼ੈਕਟ ਨਾਂ ਨਹੀਂ ਭੁੱਲ ਗਿਆ, ਜੇਮਜ਼ ਮੈਸੀ ਨਾਲ ਕੰਮ ਕਰਦਾ ਸੀ। ਉਹ ਕਹਿੰਦਾ ਵੀ ਜਿਹੜਾ ਇਸ਼ਟ ਹੁੰਦਾ, ਜੇ ਕੋਈ ਸਭ ਤੋਂ ਵੱਡੀ ਚੀਜ਼ ਸਾਡਾ ਇਸ਼ਟ ਆ ਜਿਹਨੂੰ ਅਸੀਂ ਮੰਨਦੇ ਹਾਂ, ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਾਂ, ਕੋਈ ਕਮਿਊਨਿਟੀ ਕਿਹੋ ਜਿਹਾ ਰੱਬ ਦਾ ਕਨਸੈਪਟ ਰੱਖਦੀ ਆ, ਜੇ ਰੱਬ ਹੀ ਵੰਡਿਆ ਹੋਇਆ ਤਾਂ ਮਨੁੱਖ ਜਾਤੀ ਵੰਡੀ ਹੋਏਗੀ। ਅਤੇ ਫਿਰ ਉਹ ਜਿਸ ਇਸ਼ਟ ਨੂੰ ਮੰਨਦੇ ਆ ਉਹਦਾ ਨੇਚਰ ਕੀ ਆ, ਉਹਦਾ ਨੇਚਰ ਅਸੀਂ ਸਾਰੇ ਜਾਣਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ
ਭਗਤ ਰਵਿਦਾਸ ਜੀ ਦੇ ਵੀ ਨੇ, ਭਗਤ ਨਾਮਦੇਵ ਜੀ ਨੇ, ਭਗਤ ਜੈਦੇਵ ਜੀ ਵੀ ਨੇ, ਗੁਰੂ ਸਾਹਿਬ ਵੀ ਨੇ, ਭੱਟ ਸਾਹਿਬਾਨ ਵੀ ਨੇ। ਜਾਣੀ ਜਿਹੜਾ ਇਸ਼ਟ ਆ ਤੁਹਾਡਾ, ਤੁਸੀਂ ਉਸ ਦੀ ਕਨਸੈਪਸ਼ਨ, ਉਸ ਦੀ ਫਾਊਂਡੇਸ਼ਨ ਕਿਹੋ ਜਿਹੀ ਰੱਖਦੇ ਹੋ। ਗੁਰੂ ਅੰਗਦ ਸਾਹਿਬ ਜੀ ਬਾਰੇ ਕਵੀ ਪ੍ਰੇਮ ਸਿੰਘ ਸੰਤਰੇਣ, ਉਹਨਾਂ ਦੀ 9ਵੀਂ ਪੀੜ੍ਹੀ 'ਚ ਹੋਇਆ, ਉਹਨਾਂ ਨੇ ਗੱਲ ਲਿਖੀ, ਆਦਿ ਗੁਰੂ ਕੀ ਜਨਮ ਜੋ ਸਾਖੀ, ਗੁਰ ਇਤਿਹਾਸ ਨੀਂਹ ਇਮ ਰਾਖੀ। ਫਿਰ ਇੱਕ ਹਿਸਟਰੀ ਦੀ ਬਿਲਡਿੰਗ ਗੁਰੂ ਅੰਗਦ ਸਾਹਿਬ ਗੁਰਮੁਖੀ ਲਿਪੀ ਦੇ ਰੂਪ 'ਚ ਰੱਖਦੇ ਆ। ਗੁਰਮੁਖੀ ਲਿਪੀ ਨੂੰ ਵੀ ਇਹਨਾਂ ਸੋਰਸ ਦੇ ਹਵਾਲੇ ਨਾਲ ਇਵੇਂ ਹੀ ਦੇਖਣ ਦੀ ਲੋੜ ਆ, ਹੈ ਨਾ, ਕਿ ਮਤਲਬ ਜਿਹੜੀ ਸਰਬ ਸਾਂਝੀ ਆ, ਜਿਹ 'ਚ ਤੁਸੀਂ ਆਪਣੀ ਗੱਲ ਕਰ ਸਕਦੇ ਹੋ, ਦੂਜੀ 'ਚ ਨਹੀਂ ਕਰ ਸਕਦੇ, ਸੰਸਕ੍ਰਿਤ ਵਿੱਚ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦਾ ਇਹ ਤਾਂ ਉਹ ਹੈ ਜਿਵੇਂ ਹੁਣੀ ਸਾਰੇ ਇੱਥੇ ਚਲੇ ਗਏ ਮੇਰੇ ਖਿਆਲ ਬੋਲ ਕੇ ਗਏ ਸੀ ਵੀ ਸੰਸਕ੍ਰਿਤ ਹੈ ਕੂਪ ਜਲ ਭਾਖਾ ਵਹਿਤਾ ਨੀਰ। ਸੰਸਕ੍ਰਿਤ ਹੈ ਕੂਪ ਜਲ ਦਾ ਮਤਲਬ ਇਕੱਲਾ ਇਹ ਨਹੀਂ ਵੀ ਉਹ ਕੋਈ ਸਥਿਰ ਹੈ, ਉਹਦਾ ਮਤਲਬ ਹੈ ਤੁਸੀਂ ਆਪਣਾ ਵਿਚਾਰ ਸ਼ੂਦਰ ਤਾਂ ਦੇ ਹੀ ਨਹੀਂ ਸਕਦਾ, ਉਹਦੇ ਵਿੱਚ ਵਿਚਾਰ ਲਿਖ ਹੀ ਨਹੀਂ ਸਕਦਾ। ਹਿਸਟਰੀ ਵਿੱਚ ਤਾਂ ਹੈ ਨਹੀਂ, ਹੁਣ ਜੋ ਮਰਜ਼ੀ ਲਿਖੀ ਜਾਣ। ਇਤਿਹਾਸ ਵਿੱਚ ਤਾਂ ਕੋਈ ਮਤਲਬ ਕਿ ਲੋਕਾਂ ਦੇ ਹੱਕ ਦਾ ਮਹਾਂਕਾਵ ਸੰਸਕ੍ਰਿਤ 'ਚ ਨਹੀਂ ਲਿਖਿਆ ਗਿਆ। ਇਹ ਗੱਲ ਡਾਕਟਰ ਕਿਸ਼ੋਰੀ ਦਾਸ ਵਾਜਪਾਈ ਕਹਿੰਦੇ ਨੇ, ਜਿਹੜੇ ਇਸ ਵਿਸ਼ੇ ਦੇ ਵਿਸ਼ੇਸ਼ਕ ਨੇ। ਰਾਮ ਬਿਲਾਸ ਸ਼ਰਮਾ ਹਿੰਦੀ ਪੱਟੀ ਨਾਂ ਦਾ ਕਨਸੈਪਟ ਜੋ ਦੇ ਰਿਹਾ, ਉਹਨੇ ਗੱਲ ਲਿਖੀ ਹੈ ਇਹ ਜਿਹੜੀ ਮੈਂ ਤੁਹਾਡੇ ਸਾਹਮਣੇ ਬੋਲ ਰਿਹਾ। ਮੈਂ ਮਤਲਬ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਹੜੇ ਇਸ ਖੇਤਰ ਦੇ ਧੁਰੰਤਰ ਵਿਦਵਾਨ ਨੇ ਉਹਨਾਂ ਨੇ ਕਹੀ ਹੈ ਗੱਲ, ਹੈ ਨਾ। ਉਹਨਾਂ ਨੇ ਸਾਰਾ ਸਾਹਿਤ ਪੜ੍ਹਿਆ, ਮੈਂ ਤਾਂ ਨਹੀਂ ਨਾ ਸੰਸਕ੍ਰਿਤ ਸਾਰਾ ਸਾਹਿਤ ਪੜ੍ਹਿਆ, ਇਸ ਕਰਕੇ ਮੈਂ ਨਹੀਂ ਕਹਿ ਸਕਦਾ। ਕਿਸ਼ੋਰੀ ਦਾਸ ਵਾਜਪਾਈ ਸਕਾਲਰ ਉਹ ਆ, 1931 ਵਿੱਚ ਪਹਿਲੀ ਹਿੰਦੀ ਦੀ ਵਿਆਕਰਨ ਕਾਮਤਾ ਪ੍ਰਸਾਦ ਗੁਰੂ ਨੇ ਲਿਖੀ ਆ। ਹਜ਼ਾਰਾਂ ਹਿੰਦੀ ਦੀਆਂ ਵਿਆਕਰਨਾਂ ਲਿਖੀਆਂ ਗਈਆਂ। ਉਦੋਂ ਬਾਅਦ ਜਿਹਦਾ ਨਾਂ ਬਣਿਆ ਉਹ ਕਿਸ਼ੋਰੀ ਦਾਸ ਵਾਜਪਾਈ ਨੇ 1966 ਵਿੱਚ ਹਿੰਦੀ ਵਿਆਕਰਨ ਲਿਖੀ, ਜਾਣੀ ਜਿਹਨੂੰ ਮੰਨਿਆ ਗਿਆ ਵੀ ਵਾਕਈ ਵਿਆਕਰਨ ਆ। ਏਸ਼ੀਆ ਲੈਵਲ ਦਾ ਸੰਸਕ੍ਰਿਤ ਅਤੇ ਹਿੰਦੀ ਦਾ ਵੱਡਾ ਸਕਾਲਰ ਹੈ ਜਿਹੜਾ ਕਹਿ ਰਿਹਾ ਇਹ ਗੱਲ ਕਿ ਸੰਸਕ੍ਰਿਤ ਸੰਸਕਾਰੀ ਗਈ ਭਾਸ਼ਾ ਜਿਹੜੀ ਉਹ ਕੂਪ ਜਲ ਆ, ਜੋ ਕਬੀਰ ਸਾਹਿਬ ਦੀ ਹਵਾਲਾ ਕਰਦਾ। ਅਤੇ ਉਹ ਸਾਰੇ ਸੰਸਕ੍ਰਿਤ ਲਿਟਰੇਚਰ ਨੂੰ ਸਟੱਡੀ ਕਰਕੇ ਇਹ ਗੱਲ ਟਿੱਪਣੀ ਦੇ ਰਿਹਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੇ ਕੇ ਹਟਿਆ। ਪਰ ਗੁਰੂ ਸਾਹਿਬ ਦੀ ਜਿਹੜੀ ਗੁਰਮੁਖੀ ਆ, ਜਿਹੜੀ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਅਗਵਾਈ ਵਿੱਚ ਸਰੂਪ ਧਾਰਦੀ ਆ, ਗੁਰੂ ਨਾਨਕ ਪਾਤਸ਼ਾਹ ਦੀ ਅਗਵਾਈ ਵਿੱਚ, ਉਹਦੇ ਵਿੱਚ ਕਿਹੜਾ ਸਾਹਿਤ ਆ ਜਿਹੜਾ ਲਿਖਿਆ ਨਹੀਂ ਗਿਆ। ਸੰਸਕ੍ਰਿਤ ਦੇ ਗ੍ਰੰਥ ਵੀ ਅਨੁਵਾਦ ਹੋਏ, ਉਹਦੇ ਵਿੱਚ ਮਤਲਬ ਰਮਾਇਣ ਵੀ ਅਨੁਵਾਦ ਹੋਇਆ ਅਤੇ ਕੁਰਾਨ ਵੀ ਅਨੁਵਾਦ ਹੋਈ, ਕੁਰਾਨ ਵੀ ਲਿਖੀ ਗਈ ਅਤੇ ਇਹ ਵੀ ਲਿਖੇ ਗਏ, ਗੁਰਬਾਣੀ ਤਾਂ ਲਿਖੀ ਗਈ ਆ। ਜਾਣੀ ਇਸ ਨੂੰ ਵੀ ਬਰਾਬਰਤਾ ਦੇ ਹਾਸ਼ੀਆ ਦੇ ਇਸ ਪ੍ਰਸੰਗ 'ਚ ਦੇਖਣ ਦੀ ਲੋੜ ਆ। ਖੈਰ ਫਿਰ ਅੱਗੇ ਮੀਰੀ ਪੀਰੀ ਦਾ ਸਿਧਾਂਤ ਹੈ ਨਾ। ਤੁਸੀਂ ਇੰਟਰਸਟਿੰਗ ਗੱਲ ਦੇਖੋਗੇ, ਮੈਂ ਇਹਦੇ 'ਚ 5-6 ਸਕਾਲਰ ਦੇ ਰੈਫਰੈਂਸ ਦਿੱਤੇ ਨੇ। ਨਾਰੰਗ ਦਾ ਟਰਾਂਸਫਾਰਮੇਸ਼ਨ ਆਫ ਸਿੱਖਿਜ਼ਮ ਹੈ, ਫਰੈਡਰਿਕ ਪਿਨਕੋਟ ਹੈ, ਪਿਨਕੋਟ ਨਹੀਂ ਪਿਨਕੋਟ, ਜਿਹਨੇ ਐਨਸਾਈਕਲੋਪੀਡੀਆ ਇਸਲਾਮ ਡਿਕਸ਼ਨਰੀ ਆਫ ਇਸਲਾਮ 'ਚ ਰੈਫਰੈਂਸ ਦਿੱਤਾ। ਇਸ ਤੋਂ ਇਹਨਾਂ ਮੈਂ ਕਨਿੰਗਮ ਹੈ, ਮੈਕਲੌਡ ਹੈ ਅਤੇ ਟਾਈਨਵੀ ਹੈ ਅਤੇ ਆਪਣਾ ਬੈਨਰਜੀ ਅਤੇ ਜਦੂਨਾਥ ਸਰਕਾਰ। ਇਹ ਚਾਰੇ 7-8 ਜਿਨ੍ਹਾਂ ਦੇ ਨਾਂ ਲਏ ਨੇ, ਉਹ ਮੀਰੀ ਪੀਰੀ ਨੂੰ ਕਿਸ ਤਰ੍ਹਾਂ ਸਮਝਦੇ ਨੇ। ਮਤਲਬ ਕਈ ਵਾਰ ਤਾਂ ਹੈਰਾਨੀ ਹੁੰਦੀ ਆ ਵੀ ਇਹ ਸੱਚਮੁੱਚ ਵੱਡੇ ਇਤਿਹਾਸਕਾਰ ਸੀਗੇ। ਕੌਣ ਹੈ ਜਿਹੜਾ ਵੱਡਾ ਕਰਦਾ? ਮਤਲਬ ਇਸ ਤਰ੍ਹਾਂ ਦੀ ਵਿਆਖਿਆ ਉਦਾਹਰਨ ਵਜੋਂ ਗੋਕਲ ਚੰਦ ਨਾਰੰਗ ਨੇ ਪਰਿਵਰਤਨ ਦਾ ਕਨਸੈਪਟ ਲਿਆਂਦਾ ਸਿੱਖਿਜ਼ਮ 'ਚ ਪਹਿਲੀ ਵਾਰ 1912 ਵਿੱਚ। ਡਾਕਟਰ ਸੁਖਦਿਆਲ ਸਿੰਘ ਕੱਲ੍ਹ ਆਏ ਸੀ, ਉਹਨਾਂ ਨੇ ਕਿਤਾਬ ਇਹਦੇ 'ਤੇ ਬਹੁਤ ਵੱਡਾ ਕਮੈਂਟ ਦਿੱਤਾ ਵੀ 47 ਬਾਅਦ ਉਹੀ ਨਾਰੰਗ ਹੋਰ ਤਰੀਕੇ ਨਾਲ ਲਿਖਦਾ, 47 ਤੋਂ ਪਹਿਲਾਂ ਉਹੀ ਨਾਰੰਗ ਹੋਰ ਤਰੀਕੇ ਨਾਲ ਲਿਖਦਾ। ਪਹਿਲਾਂ ਉਹੀ ਨਾਰੰਗ, ਜਿਹੜੀ ਸਾਡੀ ਯੂਨੀਵਰਸਿਟੀ ਨੇ ਉਹਦਾ ਪੰਜਾਬੀ ਅਨੁਵਾਦ ਵੀ ਕਰਿਆ, ਕਿ ਨਾਰੰਗ ਹੈ ਜਿਹੜਾ ਉਹ ਜਿਹੜੀ ਬ੍ਰਿਟਿਸ਼ ਕਨਸੈਪਸ਼ਨ ਆਫ ਹਿਸਟਰੀ ਆ ਉਹਦੇ ਐਂਗਲ ਤੋਂ ਲਿਖਦਾ, ਬਾਅਦ 'ਚ ਰਾਸ਼ਟਰਵਾਦੀ ਹੋ ਜਾਂਦਾ। ਅਤੇ ਉਹਨੇ ਪਹਿਲੀ ਵਾਰ ਇਹ ਗੱਲ ਕੀਤੀ ਕਿ ਮਤਲਬ ਟਰਾਂਸਫਾਰਮੇਸ਼ਨਲ ਹਾਲਾਂਕਿ ਪ੍ਰਿੰਸੀਪਲ ਤੇਜਾ ਸਿੰਘ ਨੇ ਬਹੁਤ ਖੂਬਸੂਰਤ ਉਹਦਾ ਜਵਾਬ ਦਿੱਤਾ ਸੀ। SGPC ਉਹਨੂੰ ਲਗਾਤਾਰ ਪਬਲਿਸ਼ ਕਰਦੀ ਆ ਉਹ ਕਿਤਾਬ ਨੂੰ, ਜੇ ਪੜ੍ਹ ਲਓ, ਆਈਡੀਅਲ ਇੰਸਟੀਟਿਊਸ਼ਨ ਆਫ ਸਿੱਖਿਜ਼ਮ ਜਿਹੜੀ ਉਹਨਾਂ ਦੀ ਕਿਤਾਬ ਹੈ। ਉਹਦੇ ਵਿੱਚ ਇਹਨੇ ਪਰਿਵਰਤਨ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਸਿੱਖਾਂ ਦੀ ਨੀਤੀ ਪਰਿਵਰਤਿਤ ਹੋ ਗਈ। ਉਦੋਂ ਬਾਅਦ ਮੇਰੇ ਵਰਗਿਆਂ ਨੇ ਕਿੰਨਿਆਂ ਨੇ ਉਹਦੀ ਨਕਲ ਮਾਰੀ ਐਜ਼ ਇਟ ਇਜ਼, ਬਿਨਾਂ ਸੋਚੇ ਸਮਝੇ। ਉਹਦੇ ਵਿੱਚੋਂ ਆਹ ਜਿਨ੍ਹਾਂ ਦੇ ਮੈਂ ਨਾਂ ਲਏ ਨੇ 7-8 ਦੇ, ਐਵੂਲੇਸ਼ਨ ਆਫ ਸਿੱਖ ਕਮਿਊਨਿਟੀ ਵਿੱਚ ਮੈਕਲੌਡ ਕਹਿੰਦਾ ਹੈ ਕਿ ਤਤਕਾਲੀ ਸੰਕਟ ਸੀ ਤਾਂ ਇੱਦਾਂ ਹੋਇਆ, ਕਿਉਂਕਿ ਬਿਬਲੀਕਲ ਮਿਥ ਦੇ ਵਿੱਚ ਹਿਸਟੋਰੀਕਲ ਜਿਹੜਾ ਕਨਸੈਪਸ਼ਨ ਆ ਉਹ ਕੇਂਦਰਤਾ, ਉੱਥੇ ਘਟਨਾ ਹਿਸਟਰੀ ਵਿੱਚ ਘਟਦੀ ਆ। ਸਾਡਾ ਕਨਸੈਪਸ਼ਨ ਇਸ ਤਰ੍ਹਾਂ ਦਾ ਨਹੀਂ ਹੈ। ਇਸੇ ਕਰਕੇ ਤੁਸੀਂ ਦੇਖੋ ਕਿ ਬਾਈਬਲ ਆ ਜਿਹੜੀ, ਉਹਨਾਂ ਨੂੰ ਹਿਸਟਰੀ ਨੂੰ ਨਾਲ ਰੱਖਣਾ ਪੈਂਦਾ। ਉਹਨਾਂ ਦਾ ਜਿਹੜਾ ਵਿਆਖਿਆ ਸ਼ਾਸਤਰ ਸਿਰਜਿਆ ਉਹਦਾ ਪਹਿਲਾ ਪੁਆਇੰਟ ਹਿਸਟਰੀ ਆ।
ਸਾਡਾ ਪਹਿਲਾ ਪੁਆਇੰਟ ਹਿਸਟਰੀ ਨਹੀਂ ਹੁੰਦਾ। ਜੇ ਅਸੀਂ ਸਿੱਖੀਜ਼ਮ ਦੀ ਗੱਲ ਕਰਾਂਗੇ, ਪਹਿਲਾਂ ਹੁੰਦਾ ਅਸੀਂ ਕਹਿੰਦੇ ਹਾਂ ਵੀ ਅਨੁਭਵ ਹੋਇਆ ਹੋਣਾ ਚਾਹੀਦਾ। ਸਾਡੀ ਸਧਾਰਨ ਮਾਨਸਿਕਤਾ 'ਚ ਵੀ ਇਹ ਆ, ਜੇ ਕੋਈ ਕਹੇ ਵੀ ਬਾਣੀ ਦੀ ਵਿਆਖਿਆ ਕਿਵੇਂ ਹੋਊ, ਸਾਰੇ ਕਹਿਣਗੇ ਵੀ ਗੁਰੂ ਵਰਗਾ ਅਨੁਭਵ ਚਾਹੀਦਾ, ਸਾਡਾ ਜੀਵਨ ਚਾਹੀਦਾ। ਅਸੀਂ ਹਿਸਟਰੀ ਨੂੰ ਨਹੀਂ ਪਹਿਲਾਂ ਰੱਖਦੇ, ਕਿਉਂਕਿ ਮੈਕਲੌਡ ਦਾ ਉੱਦਾਂ ਦਾ ਮਾਨਸਿਕਤਾ ਬਣੀ ਵੀ ਆ। ਇਸ ਕਰਕੇ ਉਹ ਇੱਥੇ ਕਹਿੰਦਾ ਵੀ ਹਰ ਚੀਜ਼ ਤਤਕਾਲੀ ਸੰਕਟ 'ਚੋਂ ਪੈਦਾ ਹੁੰਦੀ ਹੈ। ਡਾਕਟਰ ਹਬੀਬ ਚਲੇ ਗਏ, ਉਹ ਵਾਰ-ਵਾਰ ਇਹ ਗੱਲ ਕਹਿੰਦੇ ਹੁੰਦੇ ਨੇ, ਕਦੇ ਤੁਸੀਂ ਸੁਣਿਓ ਵੀ ਇਹ ਕਿਸੇ ਪ੍ਰਥਾਏ ਵਿਚਾਰੀ ਗਈ ਹੈ ਗੱਲ ਕੁਰਾਨ ਦੀ, ਕਿਉਂਕਿ ਉਹਨਾਂ ਦਾ ਕਨਸੈਪਟ ਆ ਇਹ ਕਿ ਹਿਸਟਰੀ 'ਚੋਂ ਪੈਦਾ ਹੁੰਦੀ ਹੈ ਇਹ, ਹੈ ਨਾ। ਮਤਲਬ ਇਤਿਹਾਸ ਵਿੱਚ ਰੱਬ, ਗੋਡ ਇਨ ਹਿਸਟਰੀ, ਅਸੀਂ ਸਾਰੇ ਜਾਣਦੇ ਹਾਂ ਇਹ ਚੀਜ਼। ਸਾਡੇ ਗੋਡ ਇਨ ਹਿਸਟਰੀ ਨਹੀਂ ਹੈ। ਖੈਰ, ਟਾਈਨ ਵੀ ਹੈ, ਉਹਨੇ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਕੀਤਾ। ਅਨਿਲ ਚੰਦਰ ਬੈਨਰਜੀ ਨੇ ਤਾਂ ਅਦੀਬ ਗੱਲ ਕਰਤੀ। ਉਹ ਕਹਿੰਦੇ ਜਿਹੜੇ ਸ਼ੂਦਰ ਇਕੱਠੇ ਸੀ ਨਾ ਹੋਏ, ਕਿ ਡਾਕੂ, ਚੋਰ, ਠੱਗ, ਧਾੜਵੀ ਸੀ ਇਹ ਸਾਰੇ। ਮਤਲਬ ਅਨਿਲ ਚੰਦਰ ਬੈਨਰਜੀ ਦੇ ਸ਼ਬਦ ਨੇ ਇਹ, ਕਿ ਅਕਾਲ ਤਖਤ, ਮੀਰੀ ਪੀਰੀ ਅਤੇ ਗੁਰੂ ਸਾਹਿਬ ਨੂੰ ਫਿਰ ਇਹਨਾਂ ਨੂੰ ਕਾਬੂ ਕਰਨਾ ਪੈਣਾ ਸੀ। ਇਹ ਜਿਹੇ ਇਹਨਾਂ ਕਾਸਟਾਂ ਸੀ, ਇਹਨਾਂ ਨੂੰ ਕਾਬੂ ਨਹੀਂ ਆਉਂਦੇ। ਮਤਲਬ ਇਸ ਤਰ੍ਹਾਂ ਦੀ ਹਿਸਟਰੀ ਪ੍ਰਤੀ ਕਨਸੈਪਸ਼ਨ ਹੈ ਇਹਨਾਂ ਨੂੰ, ਜਿਹਨੂੰ ਅਸੀਂ ਵੱਡੇ ਸਕੋਲਰ ਕਹਿੰਦੇ ਹਾਂ। ਪਰ ਦੂਜੇ ਪਾਸੇ ਗੁਰਬਿਲਾਸ ਪਾਸੀ ਛੇਵੀਂ ਕਿਵੇਂ ਕਹਿੰਦੀ ਆ, ਗੁਰਬਿਲਾਸ ਕਿਵੇਂ ਕਹਿੰਦੇ ਨੇ, ਰਹਿਤਨਾਮੇ ਕਿਵੇਂ ਕਹਿੰਦੇ ਨੇ, ਉਹਨਾਂ ਦੀਆਂ ਮੈਂ ਤੁਹਾਨੂੰ 2-3 ਚੀਜ਼ਾਂ ਪੜ੍ਹ ਕੇ ਸੁਣਾਉਣਾ। ਉਹ ਕਹਿੰਦੇ, ਗੁਰਬਿਲਾਸ ਪਾਸੀ ਛੇਵੀਂ ਦੀ ਉਦਾਹਰਨ ਦੱਸ ਰਿਹਾ। ਉਹ ਕਹਿੰਦਾ ਵੀ ਅਕਾਲ ਤਖਤ ਸਾਹਿਬ ਗੁਰੂ ਸਾਹਿਬ ਨੇ ਆਪਣੇ ਹੱਥੀਂ ਬਾਬਾ ਬੁੱਢਾ ਜੀ ਦੀ ਸਹਾਇਤਾ ਨਾਲ ਬਣਾਇਆ। ਉਹ ਕਹਿੰਦੇ ਜਹਾਜ਼ ਰੂਪੀ ਤਖਤ ਬਣਾ ਕੇ ਗੁਰੂ ਨੇ ਜਗਤ ਨੂੰ ਗੁਲਾਮੀਆਂ ਦੇ ਭਵ ਸਾਗਰ 'ਚੋਂ ਤਾਰਨ ਲਈ ਸਹਾਰਾ ਦੇ ਦਿੱਤਾ। ਉਹਦੀ ਹਿਸਟੋਰੀਕਲ ਕਨਸੈਪਸ਼ਨ ਨਹੀਂ ਕਰਦਾ ਵੀ ਇੰਨੀ ਤਰੀਕ ਨੂੰ ਹੋਇਆ, ਇੰਨੀਆਂ ਇੱਟਾਂ ਲੱਗੀਆਂ, ਇੰਨੇ ਆਹ ਬਣਾਏ, ਇੰਨੇ, ਇੱਦਾਂ ਦੀ ਨਹੀਂ ਹੈ ਹਿਸਟਰੀ। ਉਹ ਇੱਦਾਂ ਦੀ ਵਿਆਖਿਆ ਕਰਦਾ ਹੈ। ਉਹ ਕਹਿੰਦੇ ਅਕਾਲ ਤਖਤ ਉੱਤੇ, ਇਹ ਗੁਰਬਿਲਾਸ ਪਾਸੀ ਛੇਵੀਂ ਦਾ ਕਰਤਾ ਕਹਿ ਰਿਹਾ, ਅਕਾਲ ਤਖਤ ਉੱਤੇ ਅਕਾਲ ਪੁਰਖ ਰਾਜਸੀ ਰੂਪ ਵਿੱਚ ਬਿਰਾਜਿਆ ਹੋਇਆ ਹੈ। ਜਿਹੜਾ ਇਸ ਦੀ ਸ਼ਰਨ ਆਉਂਦਾ ਹੈ ਉਹ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਬੰਧਨ ਕਾਹਦੇ ਨੇ? ਜਾਤ ਦੇ ਵੀ ਬੰਧਨ ਨੇ, ਡਰ ਦੇ ਵੀ ਬੰਧਨ ਨੇ, ਹੋਰ ਵੀ ਬਹੁਤ ਸਾਰੇ ਬੰਧਨ ਨੇ। ਛਿੱਬਰ ਕਹਿੰਦਾ ਜਿਹੜੀ ਮੀਰੀ ਪੀਰੀ ਹੈ ਰਾਜ ਤੇ ਜੋਗ ਆ। ਕੇਸਰ ਸਿੰਘ ਛਿੱਬਰ, ਬੰਸਾਵਲੀਨਾਮੇ ਵਾਲਾ, ਗੁਰਸੋਭੇ ਨੇ ਜ਼ਬਰਦਸਤ ਇਹਦੇ ਬਾਰੇ ਲਿਖੀ ਹੈ ਕਿ ਉਹ ਕਹਿੰਦੇ ਦਸਮ ਪਾਤਸ਼ਾਹ ਨੇ ਨਾ ਖੰਡੇ ਦੀ ਪਹੁਲ ਦੇ ਕੇ, ਗੁਰੂ ਸਾਹਿਬ ਨੇ ਖੰਡੇ ਦੀ ਪਹੁਲ ਦੇ ਕੇ ਸਿੱਖਾਂ ਨੂੰ ਤੇਜ ਪੂਜਾ ਵੱਲ ਨਹੀਂ ਲਾਇਆ, ਤੇਜ ਧਾਰੀ ਬਣਾਇਆ। ਜਬ ਲਗ ਖਾਲਸਾ ਰਹਿ ਨਿਆਰਾ, ਤੇਜ ਦਿਉ ਮੈਂ ਇਨਕੋ ਸਾਰਾ। ਤੇਜ ਦੇ ਧਾਰਨੀ ਬਣਾਇਆ, ਤੇਜ ਪੂਜਾ ਦੇ ਦੇਸ਼ ਵਿੱਚ। ਇਹਦੇ ਬਾਰੇ ਗੁਰਸੇਵਕ ਸਿੰਘ ਦੀ ਇੱਕ ਕਿਤਾਬ ਵੀ ਸੀ, ਬੜੀ ਕਲਾਸੀਕਲ ਆ, ਜੇ ਕਿਤੇ ਪੜ੍ਹਨ ਦਾ ਵਕਤ ਮਿਲੇ। ਤੇਜ ਪੂਜਾ ਦੇ ਦੇਸ਼ ਵਿੱਚ ਤੇਜ ਧਾਰੀ ਗੁਰੂ ਖਾਲਸਾ ਪੰਥ 1952 'ਚ ਲਿਖੀ ਗਈ ਸੀ। ਸਿੱਖ ਫਲਸਫੇ ਦੀ ਬਿਲਕੁਲ ਨਵੀਂ ਵਿਆਖਿਆ ਕਰਦੇ ਆ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਟੀਚਰ ਰਹੇ ਕੁਛ ਚਿਰ, ਇੱਥੇ ਆਪਣੇ ਯੂਨੀਵਰਸਿਟੀ ਦੇ ਸਾਹਮਣੇ ਹੀ ਰਹਿੰਦੇ ਸੀ। 1992 'ਚ ਕਿਤਾਬ ਲਿਖੀ ਸੀ। ਇਸੇ ਤਰ੍ਹਾਂ ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਪੰਥ ਨੂੰ ਖੱਤਰੀ ਬ੍ਰਾਹਮਣ ਦੀ ਦਵੈਤ ਤੋਂ ਨਿਆਰਾ ਰੱਖਿਆ। ਸੈਨਾਪਤੀ ਲਿਖਦਾ ਕਿ ਪਰੰਪਰਾਵਾਦੀ ਗੁਲਾਮੀ ਦੀਆਂ ਰੂੜੀਆਂ ਪਿੱਟਣ ਵਾਲਿਆਂ ਨੇ ਪੰਥ ਦਾ ਸਭ ਤੋਂ ਵੱਡਾ ਵਿਰੋਧ ਇਸ ਕਰਕੇ ਕੀਤਾ ਕਿ ਇੱਥੇ ਨੀਵੀਆਂ ਸ਼੍ਰੇਣੀਆਂ ਨੂੰ ਕਿਉਂ ਸ਼ਾਮਲ ਕਰ ਲਿਆ। ਮੇਰਾ ਲੱਗਦਾ ਟਾਈਮ ਹੋ ਗਿਆ ਜੀ, ਚਲੋ ਮੈਂ ਛੇਤੀ ਖਤਮ ਕਰਾਂ ਜੀ। ਕੋਇਰ ਸਿੰਘ ਲਿਖਦਾ, ਵੈਦ ਸੂਦ ਇਹ ਜਾਟ ਅਪਾਰਾ, ਤਾਕੋ ਪੰਥ ਮਾਹੇ ਮੈਂ ਧਾਰਾ, ਸਭ ਜਗ ਰਾਜ ਤੋਹੇ ਕੋ ਦੀਨਾ, ਪੁਨਬਿਦ ਕੋ ਤੁਮ ਕੋ ਗੁਰ ਕੀਨਾ। ਮਤਲਬ ਉਹਨਾਂ ਨੂੰ ਆਪਣੇ ਗੁਰੂ ਦੇ ਬਰਾਬਰ ਬਿਠਾਤਾ। ਫਿਰ ਮੈਂ ਛੱਡ ਕੇ ਛੇਤੀ ਬੋਲਦਾ। ਸੁੱਖਾ ਸਿੰਘ ਲਿਖਦਾ ਕਿ ਨਾਨਕ ਪੰਥ ਨੇ ਗਰੀਬ ਅਤੇ ਨਿਮਾਣੇ ਲੋਕਾਂ ਦੀ ਬਾਂਹ ਕਿਵੇਂ ਫੜੀ ਆ। ਜਾਟ ਗਵਾਰ ਸੁਤੇਲੀ ਘਨੇ, ਨਾਈ ਬਾਹਮਣ ਜਾਤ ਨਾ ਗਨੇ, ਰਜਬ ਸੂਤ ਲਵਾਨੇ ਜਾਨੋ, ਬਨੀਏ ਰੋੜੇ ਭਾਟ ਪਛਾਨੋ, ਵਾਢੀ ਔਰ ਲੋਹਾਰ ਸੁਨਾਰ, ਝੀਵਰ ਲੋਕ ਘੁਮਾਰ ਕੁਲਾਰ, ਕਿੱਤਕ ਵਹਿਤੀ ਔਚਮਾਰ, ਕਰਨ ਘਰੇਟੇ ਕੌਰ ਖਲਾਲ, 12 ਜਾਤ ਸਨਾਤ ਸੁਣਾਵੈ। ਮਤਲਬ ਹਜ਼ਾਰਾਂ ਜਾਤਾਂ, 3 ਘਰ 30 ਘਰ ਨਾਮ ਸਿਖਾਵੈ। ਉਹਨਾਂ ਨੂੰ ਨਾਮ ਦੇ ਲੜ ਲਾਇਆ, ਇੱਕ ਰੱਬ ਦੇ ਨਾਲ ਲੜ ਲਾਇਆ। ਫਿਰ ਛਿੱਬਰ ਕੀ ਕਹਿੰਦਾ, ਮਹਿਮਾ ਪ੍ਰਕਾਸ਼ ਕੀ ਕਹਿੰਦਾ, ਰਤਨ ਸਿੰਘ ਭੰਗੂ ਕੀ ਕਹਿੰਦਾ, ਪੰਥ ਪ੍ਰਕਾਸ਼ ਕੀ ਕਹਿੰਦਾ, ਉਹ ਮੈਂ ਛੱਡ ਦਿੰਦਾ। ਭੰਗੂ ਵਾਲਾ ਪੜ੍ਹ ਕੇ, ਸੱਤ ਸਨਾਤ ਔ 12 ਜਾਤ, ਜਾਨਤ ਨਹਿ ਰਾਜਨੀਤ ਕੀ ਬਾਤ, ਜੱਟ ਬੂਟ ਕੈ ਤੇ ਜਗ ਮਾਹੀ, ਬਣੀਏ ਬਕਾਲ ਕਰਾੜ ਖੱਤਰੀ ਸਦਾਈ, ਲੋਹਾਣ ਤਰਖਾਰ ਹੁਤ ਜਾਤ ਕਮੀਨੀ, ਛਿਪੋ ਕਲਾਲ ਨੀਚਨ ਪੈ ਕਿਰਪਾ ਕੀਨੀ, ਗੁੱਜਰ ਗਵਾਰ ਹੀਰ ਕਮਜਾਤ, ਕੰਬੋਏ ਸੂਦਨ ਕੋਈ ਪੁੱਛੈ ਨਾ ਬਾਤ, ਝੀਵਰ ਨਾਈ ਰੋੜੇ ਘੁਮਿਆਰ, ਸਾਇਣੀ ਸੁਨਿਆਰੇ ਚੂੜੇ ਚਮਿਆਰ, ਭੱਟ ਔ ਬਾਹਮਣ ਹੁਤੇ ਮੰਗਵਾਰ, ਬਹੁ ਰੁਪਈਏ ਲਵਾਣੇ ਔਰ ਘੁਮਿਆਰ, ਇਨ ਗਰੀਬਨ ਹਮ ਦੈਂ ਪਾਤਸ਼ਾਹੀ, ਜਾਂ ਯਾਦ ਕਰੈ ਹਮਰੀ ਗੁਰਿਆਈ। ਮਤਲਬ ਇਸ ਤਰ੍ਹਾਂ ਦਾ ਇੱਕ ਉਹ ਅੱਗੇ ਫਿਰ ਛੱਡਣਾ। ਸਿੱਖਾਂ ਦੀ ਭਗਤਮਾਲਾ ਇਹਦੇ ਬਾਰੇ ਕੀ ਕਹਿੰਦੀ ਹੈ, ਸਿੰਘ ਸਾਗਰ, ਗੁਰਕੀਰਤ ਪ੍ਰਕਾਸ਼, ਗੁਰਪ੍ਰਣਾਲੀਆਂ, ਪਰਚੀ ਸਾਹਿਤ, ਸੌ ਸਾਖੀ, ਗੁਰਤਨਾਵਲੀ, ਇਹ ਸਾਰੇ ਮੈਂ ਰੈਫਰੈਂਸ ਛੱਡ ਕੇ ਲਾਸਟ ਇਹਦੇ ਬਾਰੇ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਗੁਰਮੁਖੀ ਸਰੋਤ ਆ,
ਸਾਡੇ ਇਹਨਾਂ ਨੇ ਜਿਹੜਾ ਹਾਸ਼ੀਆਗਤ ਦਾ ਇੱਕ ਸੰਦਰਭ ਹੈ ਜਿਹੜਾ ਐਕਡੈਮਿਕ 'ਚ ਨਹੀਂ ਆਇਆ, ਸਾਡੇ ਮਤਲਬ ਕਿ ਜਿਹੜਾ ਪਾਪੂਲਰ ਕਲਚਰ ਅੱਜ ਕੱਲ੍ਹ ਕਹਿੰਦੇ ਨੇ ਕਥਾ ਵਿੱਚ ਹੈਗਾ, ਗੱਲਾਂ ਬਾਤਾਂ 'ਚ ਹੈਗਾ, ਅਤੇ ਕਾਫੀ ਹੱਦ ਤੱਕ ਸਾਡੇ ਜੀਵਨ ਵਿੱਚ ਵੀ ਹੈਗਾ ਕੰਪੈਰੇਟਿਵ ਟੂ ਅਦਰ ਸਟੇਟ, ਹੈ ਨਾ। ਅਤੇ ਪਰ ਐਕਡੈਮਿਕਸ ਦੇ ਵਿੱਚ ਇਹ ਸਟੱਡੀ ਨਹੀਂ ਆਈ। ਇਸ ਨੂੰ ਸਾਨੂੰ ਮਤਲਬ ਤੁਸੀਂ ਦੇਖੋ ਗੁਰੂ ਸਾਹਿਬ ਲਈ ਲੋਕਮਾਨਸ ਨੇ ਜਿੰਨੀਆਂ ਟਰਮ ਵਰਤੀਆਂ ਨੇ, ਪਰਉਪਕਾਰੀ, ਗਰੀਬ ਨਵਾਜ, ਕਰੁਣਾਨਿਧੀ, ਕਿਰਪਾਨਿਧ, ਗੁਰੂ ਸਾਹਿਬ ਨੂੰ ਲੋਕ ਗਰੀਬ ਜਾਂ ਲਤਾੜੇ ਹੋਏ ਲੋਕ ਮਸੀਹੇ ਸਮਝਦੇ ਆ ਵੀ ਸਾਡੀ ਹੁਣ ਸਾਨੂੰ ਇਸ ਕਿਸਮ ਦੀ ਉਹ ਨਹੀਂ। ਇਹ ਆਪਣੇ ਆਪ ਦੇ ਵਿੱਚ ਬਹੁਤ ਲੰਮਾ ਪਰਚਾ, ਮੈਂ ਹੀ ਇੱਥੇ ਤੱਕ ਆਥਣ ਤੱਕ ਬੋਲੀ ਜਾਊਂ। ਭੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।